ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਰਤ ਦੇ ਕਿਸਾਨ ਵੀਰਾਂ ਦੇ ਹਿੱਤ ਵਿੱਚ ਆਪ ਸਰਬੱਤ ਸੰਗਤ ਨੂੰ ਸਨਿਮਰ ਬੇਨਤੀ ਕਰਦਾ ਹਾਂ। ਦੇਖੋ, ਪਿਛਲੇ ਦਿਨੀ ਭਾਰਤ ਦੀ ਸੈਂਟਰ ਗੌਰਮੈਂਟ ਬੀਜੇਪੀ ਵੱਲੋਂ ਖੇਤੀ ਆਰਡੀਨੈਂਸ, ਇੱਕ ਕਾਨੂੰਨ, ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ। ਇਹ ਜਿਹੜਾ ਬਿੱਲ ਹੈ ਕਿਸਾਨੀ ਲਈ ਬੜਾ ਘਾਤਕ ਹੈ। ਇਹ ਕੇਵਲ ਪ੍ਰਾਈਵੇਟ ਸੈਕਟਰ ਨੂੰ, ਕੈਪੀਟਲਿਜ਼ਮ ਨੂੰ, ਪੂੰਜੀਪਤੀਆਂ ਨੂੰ, ਸਰਮਾਏਦਾਰ ਲੋਕਾਂ ਨੂੰ, ਪ੍ਰਾਈਵੇਟ ਮੰਡੀਆਂ ਨੂੰ ਪ੍ਰਫੁੱਲਤ ਕਰਨ ਲਈ ਬਣਾਇਆ ਗਿਆ, ਕਿਉਂਕਿ ਸਰਮਾਏਦਾਰ ਲੋਕ ਹੀ ਇਲੈਕਸ਼ਨ ਵਿੱਚ ਪੈਸਾ ਲਾ ਕੇ ਸਰਕਾਰਾਂ ਬਣਾਉਂਦੇ ਨੇ। ਹੁਣ ਦੇਖੋ, ਕਾਰਪੋਰੇਟ ਜਿਹੜੇ ਘਰਾਣੇ ਨੇ, ਪ੍ਰਾਈਵੇਟ ਜਿਹੜੀਆਂ ਮੰਡੀਆਂ ਨੇ, ਇਹ ਕਾਨੂੰਨ ਕਿਸਾਨ ਨੂੰ ਉਹਨਾਂ ਦੇ ਅਧੀਨ ਕਰ ਦੇਵੇਗਾ। ਇਸ ਗੱਲ ਦਾ ਖਿਆਲ ਰੱਖਿਓ, ਭਾਰਤ ਵਿੱਚ ਕੇਵਲ ਖੇਤੀਬਾੜੀ ਹੀ ਐਸਾ ਧੰਦਾ ਹੈ ਜਿਹਦੀ GDP ਗਰੋ ਕਰਦੀ ਹੈ, ਵਾਧੇ ਵਿੱਚ ਹੈ। ਬਾਕੀ ਹਰ ਧੰਦੇ ਦੀ GDP ਘਾਟੇ ਵਿੱਚ ਜਾ ਰਹੀ ਹੈ। ਪਰ ਸਰਕਾਰਾਂ ਦੇ ਐਸੇ ਕਾਨੂੰਨ ਨੇ, ਲੱਗਦਾ ਹੈ ਖੇਤੀਬਾੜੀ ਨੂੰ ਵੀ ਘਾਟੇ ਵਿੱਚ ਲੈ ਜਾਣਗੇ। ਹੁਣ ਹੋਵੇਗਾ ਕਿ ਜਦੋਂ ਮੰਡੀਆਂ ਪ੍ਰਾਈਵੇਟ ਹੋ ਗਈਆਂ ਨਾ, ਪਹਿਲੇ ਸੀਜ਼ਨ ਸਾਨੂੰ ਕਿਸਾਨਾਂ ਨੂੰ 150 ਰੁਪਈਆ ਸਰਕਾਰੀ ਰੇਟ ਨਾਲੋਂ ਪਰ ਕੁਇੰਟਲ ਫਸਲ ਪਿੱਛੇ ਇਹ ਵੱਧ ਦੇਣਗੇ। ਉਹ ਪੈਸਾ ਵੱਧ ਆਵੇਗਾ ਕਿੱਥੋਂ? ਉਹ ਕੋਈ ਵਪਾਰੀਆਂ ਜੇਬ 'ਚੋਂ ਨਹੀਂ ਖਰਚਣਾ। ਸਰਕਾਰੀ ਮੰਡੀ ਵਿੱਚ ਜਦੋਂ ਫਸਲ ਜਾਂਦੀ ਹੈ 8.5% ਉੱਥੇ ਟੈਕਸ ਹੈ, 2.5% ਆੜ੍ਹਤੀਆਂ ਦਾ ਕਮਿਸ਼ਨ ਹੈ, 3% ਮਾਰਕੀਟ ਕਮੇਟੀ ਦੀ ਫੀਸ ਹੈ ਅਤੇ 3% ਹੀ ਦਿਹਾਤੀ ਪੇਂਡੂ ਵਿਕਾਸ ਫੰਡ ਹੈ। ਹੁਣ ਜੇ 8.5% ਦੇ ਹਿਸਾਬ ਨਾਲ ਚੱਲੀਏ ਤੇ ਝੋਨੇ ਪਿੱਛੇ 154 ਰੁਪਈਏ, ਕਣਕ ਪਿੱਛੇ 164 ਰੁਪਈਏ ਪਰ ਕੁਇੰਟਲ ਵਪਾਰੀ ਨੂੰ ਬਚਣੇ ਨੇ। ਉਹਦੇ 'ਚੋਂ ਜੇ 150 ਰੁਪਈਏ ਕਿਸਾਨ ਨੂੰ ਵੱਧ ਰੇਟ ਦੇ ਵੀ ਦੇਣਗੇ ਤੇ ਅਸੀਂ ਲਾਲਚ ਵਸ ਰੇਟ ਵੱਧ ਵੇਖ ਕੇ ਪ੍ਰਾਈਵੇਟ ਮੰਡੀਆਂ 'ਚ ਫਸਲ ਲਿਜਾਵਾਂਗੇ, ਸਰਕਾਰੀ ਮੰਡੀਆਂ ਖਾਲੀ ਹੋ ਜਾਣਗੀਆਂ। ਤੇ ਜਦੋਂ ਮੰਡੀਆਂ ਖਾਲੀ ਹੋ ਗਈਆਂ ਤੇ ਸਰਕਾਰ ਨੇ ਕਹਿਣਾ ਹੈ ਵੀ ਮੰਡੀ ਬੋਰਡ ਭੰਗ ਕਰ ਦਈਏ, ਸਰਕਾਰੀ ਮੰਡੀਆਂ ਹੀ ਖਤਮ ਕਰ ਦਈਏ ਕਿਉਂਕਿ ਫਸਲ ਨਹੀਂ ਆ ਰਹੀ। ਹੁਣ ਜਦੋਂ ਸਰਕਾਰੀ ਮੰਡੀ ਬੋਰਡ ਭੰਗ ਹੋ ਗਿਆ, ਪੰਜਾਬੀਓ ਇਹ ਨਾ ਸੋਚਿਓ ਵੀ ਇਸ ਬਿੱਲ ਦੇ ਨਾਲ ਇਕੱਲਾ ਕਿਸਾਨਾਂ ਨੂੰ ਹੀ ਘਾਟਾ ਪਵੇਗਾ। ਇਹ ਬਿੱਲ ਸਾਰਿਆਂ ਲਈ ਘਾਤਕ ਹੈ। ਦੇਖੋ, ਪੰਜਾਬ ਦੀ ਡਿਵੈਲਪਮੈਂਟ ਕਿਵੇਂ ਪਿੱਛੇ ਜਾਵੇਗੀ। ਤਕਰੀਬਨ 3600-3700 ਕਰੋੜ ਰੁਪਈਆ ਮੰਡੀ ਬੋਰਡ ਨੂੰ ਆਮਦਨ ਹੁੰਦੀ ਹੈ, ਜਿਹਦੇ ਵਿੱਚੋਂ ਤਕਰੀਬਨ 64,000 ਕਿਲੋਮੀਟਰ ਦੇ ਲਗਭਗ ਸੜਕਾਂ ਰੂਰਲ ਏਰੀਏ ਵਿੱਚ, ਪੇਂਡੂ ਏਰੀਏ ਵਿੱਚ ਮੰਡੀਆਂ ਨੂੰ ਜੋੜਨ ਲਈ ਜਾਂ ਹੋਰ ਸੜਕਾਂ ਬਣਦੀਆਂ ਨੇ। ਇੱਕ ਤੇ ਉਹ ਸਭ ਕੁਝ ਖਤਮ, ਦੂਸਰਾ ਕਿਸਾਨਾਂ ਨੂੰ ਜਿੰਨੀ ਵੀ ਖੇਤੀ ਦੇ ਔਜ਼ਾਰਾਂ 'ਤੇ ਸਬਸਿਡੀ ਮਿਲਦੀ ਹੈ, ਇਹ ਸਾਰਾ ਕੁਝ ਮੰਡੀ ਬੋਰਡ ਦੀ ਆਮਦਨੀ ਵਿੱਚੋਂ ਹੀ ਆਉਂਦਾ ਹੈ। ਇਹ ਸਭ ਕੁਝ ਖਤਮ। ਜਦੋਂ ਸਬਸਿਡੀ ਮੁੱਕ ਗਈ, ਖਾਦਾਂ ਦੇ, ਖੇਤੀਬਾੜੀ ਦੇ ਔਜ਼ਾਰਾਂ ਦੇ, ਸੰਦਾਂ ਦੇ ਜਿਹੜੇ ਰੇਟ ਨੇ ਅਸਮਾਨ ਨੂੰ ਚੁੰਮਣਗੇ। ਸਰਕਾਰੀ ਮੰਡੀ ਟੁੱਟਣ ਦੇ ਨਾਲ ਕਿਸਾਨ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਦਾ ਗੁਲਾਮ ਹੋਵੇਗਾ, ਉਹਨਾਂ ਦੇ ਰਹਿਮੋ ਕਰਮ 'ਤੇ ਹੀ ਫਿਰ ਜ਼ਿੰਦਾ ਰਹੇਗਾ। ਫਿਰ ਪ੍ਰਾਈਵੇਟ ਕੰਪਨੀਆਂ ਵਾਲੇ ਰਲ ਮਿਲ ਕੇ ਮਨਮਰਜ਼ੀ ਦਾ ਰੇਟ ਰੱਖਣਗੇ, ਔਰ ਜੇ ਕਿਸਾਨ ਉਹਨਾਂ ਦੇ ਰੇਟ ਦੇ ਅਨੁਸਾਰ ਫਸਲ ਨਹੀਂ ਵੇਚੇਗਾ ਤੇ ਫਸਲ ਘਰ ਪਈ ਖੇਤਾਂ ਵਿੱਚ ਖਲੋਤੀ ਸੜ ਜਾਵੇਗੀ। ਸੈਕਿੰਡ ਸੋਰਸ ਆਫ ਇਨਕਮ ਤੇ ਕਿਸਾਨ ਕੋਲ ਅੱਗੇ ਹੀ ਹੈ ਨਹੀਂ ਹੈ। ਪ੍ਰਾਈਵੇਟ ਘਰਾਣੇ ਮਨਮਰਜ਼ੀ ਦਾ ਰੇਟ ਚਲਾਉਣਗੇ ਤੇ ਜਦੋਂ ਫਸਲ ਦੇ ਖਰਚੇ ਦੀ ਵੀ ਪੂਰਤੀ ਕਿਸਾਨ ਕੋਲੋਂ ਨਾ ਹੋਈ, ਇਹਨੇ ਮਜਬੂਰਨ ਜ਼ਮੀਨ ਵੇਚਣੀ ਹੈ ਔਰ ਪ੍ਰਾਈਵੇਟ ਘਰਾਣਿਆਂ ਨੇ ਮਰਜ਼ੀ ਦੇ ਰੇਟ 'ਤੇ ਜ਼ਮੀਨਾਂ ਖਰੀਦਣੀਆਂ ਨੇ। ਫਿਰ 1500-2000 ਏਕੜ ਦੇ ਵੱਡੇ ਵੱਡੇ ਫਾਰਮ ਡਿਵੈਲਪ ਕਰਕੇ ਪ੍ਰਾਈਵੇਟ ਕੰਪਨੀਆਂ ਉੱਥੇ ਖੇਤੀ ਕਰਨਗੀਆਂ ਤੇ ਇਹਨਾਂ ਜ਼ਮੀਨਾਂ ਦੇ ਟੁਕੜਿਆਂ ਦੇ ਮਾਲਕ ਕਿਸਾਨ ਫਿਰ ਉੱਥੇ ਮਜ਼ਦੂਰੀ ਕਰਨਗੇ, ਮਾਲਕ ਦਿਹਾੜੀਦਾਰ ਬਣ ਜਾਣਗੇ। ਤੁਹਾਨੂੰ ਇਹ ਵੀ ਦੱਸ ਦੇਵਾਂ ਵੀ ਇਹਨਾਂ ਜ਼ਮੀਨਾਂ ਦੇ ਮਾਲਕ ਕਿਰਤੀਆਂ ਕਿਸਾਨਾਂ ਨੂੰ ਕਿਸ ਨੇ ਬਣਾਇਆ ਸੀ। ਭਾਰਤ ਵਰਸ਼ ਅੰਦਰ ਜਦੋਂ ਖਾਲਸਾ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ, ਫਿਰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਆਦਿਕ 12 ਮਿਸਲਾਂ ਦੇ ਜਥੇਦਾਰਾਂ ਨੇ ਦਿੱਲੀ ਜਿੱਤੀ। ਫਿਰ ਮਹਾਨ ਰਾਜ ਪੰਜਾਬ ਦੇਸ਼ ਅੰਦਰ
महाराजा रणजीत सिंह ने कीता। इन्हां खालसा राज दे बादशाहां ने ही ਜ਼ਾਲਮ ਹੁਕਮਰਾਨਾਂ ਦੇ ਪਾਸੋਂ ਜ਼ਮੀਨਾਂ ਛੁਡਾ ਕੇ ਕਾਸ਼ਤਕਾਰਾਂ ਨੂੰ, ਕਿਰਤੀਆਂ ਨੂੰ, ਕਿਸਾਨਾਂ ਨੂੰ ਦਿੱਤੀਆਂ ਸਨ। ਔਰ ਜਿਵੇਂ ਕਿ ਅੱਜ ਕੱਲ੍ਹ ਕਿਹਾ ਜਾਂਦਾ ਹੈ ਜੀ ਹੁਣ ਹਿੰਦੂ ਰਾਜ ਹੈ। ਦੇਖੋ ਮੈਂ ਤੇ ਇਹ ਗੱਲ ਸਮਝਦਾ ਜਿਵੇਂ ਲੋਕ ਕਹਿੰਦੇ ਨੇ ਜੀ ਡੈਮੋਕ੍ਰੇਸੀ ਹੈ, ਵੋਟਾਂ ਪੈਂਦੀਆਂ ਨੇ, ਪਰ ਹਿੰਦੂ ਰਾਜ, ਹਿੰਦੂ ਰਾਸ਼ਟਰ ਲਫ਼ਜ਼ ਅੱਜ ਇਹੀ ਲੋਕ ਵਰਤ ਰਹੇ ਨੇ ਜਿਹੜੇ ਰਾਜ ਕਰਦੇ ਨੇ। ਚਾਹੇ RSS ਦਾ ਚੀਫ ਹੈ, ਚਾਹੇ ਭਾਜਪਾ ਦਾ ਕੋਈ ਲੀਡਰ ਹੈ, ਚਾਹੇ ਕੋਈ ਆਰਿਆ ਸਮਾਜੀ ਤਖਤ ਤੇ ਬਹਿੰਦਾ, ਚਾਹੇ ਕੋਈ ਕਾਂਗਰਸੀ ਤਖਤ ਤੇ ਬਹਿੰਦਾ, ਇਹ ਸਾਰੇ ਕਹਿੰਦੇ ਜੀ ਇਹ ਹਿੰਦੂ ਰਾਸ਼ਟਰ ਹੈ। ਹੁਣ ਇੱਕ ਧਰਮ ਨਾਲ ਰਾਜ ਨੂੰ ਜੋੜਿਆ ਜਾਂਦਾ ਹੈ। ਜੇ ਵਾਕਈ ਧਰਮ ਦਾ ਰਾਜ ਹੈ, ਧਰਮ ਤੇ ਕੋਈ ਵੀ ਬੁਰਾ ਨਹੀਂ, ਧਰਮ ਦਾ ਰਾਜ ਤੇ ਹਲੇਮੀ ਰਾਜ ਚਾਹੀਦਾ ਸੀ, ਜਿੱਥੇ ਗਰੀਬ ਗੁਰਬੇ ਅਮੀਰ ਦੇ ਨਾਲ ਇੱਕੋ ਜਿਹਾ ਵਿਵਹਾਰ ਹੁੰਦਾ। ਹੁਣ ਖਾਲਸਾ ਰਾਜ ਵਿੱਚ ਤੇ ਭਾਰਤ ਵਰਸ਼ ਦੇ ਰੀੜ੍ਹ ਦੀ ਹੱਡੀ ਜੋ ਕਿਸਾਨ ਨੇ ਉਹਨਾਂ ਨੂੰ ਆਜ਼ਾਦ ਕੀਤਾ ਗਿਆ ਹੈ, ਹੁਕਮਰਾਨਾਂ ਤੋਂ ਆਜ਼ਾਦ ਕਰਵਾਇਆ ਗਿਆ, ਮਾਲਕ ਬਣਾਇਆ ਜ਼ਮੀਨਾਂ ਦੇ। ਤੇ ਤੁਹਾਡੇ ਹਿੰਦੂ ਰਾਜ ਵਿੱਚ ਕੀ ਹੋ ਰਿਹਾ ਹੈ? ਕਾਸ਼ਤਕਾਰਾਂ ਨੂੰ, ਕਿਸਾਨਾਂ ਨੂੰ, ਕਿਰਤੀਆਂ ਨੂੰ ਫਿਰ ਪੂੰਜੀਪਤੀਆਂ ਦੇ ਗੁਲਾਮ ਬਣਾਇਆ ਜਾ ਰਿਹਾ ਹੈ। ਇਹ ਨਾਕਾਮੀ ਹੈ ਇਸ ਰਾਜ ਦੀ। ਖਾਲਸਾ ਰਾਜ ਹਲੇਮੀ ਰਾਜ ਸੀ। ਹਲੇਮੀ ਰਾਜ ਕੀ ਹੈ? ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਸਭ ਸੁਖੀ ਹੋਣ। ਜੇ ਇੰਨੀ ਸਮਝ ਹੋਵੇ ਤੇ ਸਾਰਿਆਂ ਦੇ ਨਾਲ ਇਹ ਹੁਕਮਰਾਨ ਇੱਕ ਜੈਸਾ ਵਿਵਹਾਰ ਕਰਨ, ਨਾ ਕਿ ਖੇਤੀ ਨੂੰ ਡੁਬੋਣ ਵਾਲੇ ਕਾਨੂੰਨ ਪੈਦਾ ਕਰਦੇ। ਵੇਖੋ ਧਰਮ ਕੋਈ ਵੀ ਮਾੜਾ ਨਹੀਂ ਹੈ, ਪਰ ਧਰਮ ਦੇ ਨਾਂ ਤੇ ਗੁੰਮਰਾਹ ਕਰਨ ਵਾਲੇ ਲੋਕ ਬੁਰੇ ਨੇ। ਇਹ ਉਹੀ ਜ਼ਮੀਨਾਂ ਨੇ ਜਿਨ੍ਹਾਂ ਨੂੰ ਆਬਾਦ ਕਰਨ ਲਈ ਪੱਥਰਾਂ, ਸੂਲਾਂ, ਝਾੜੀਆਂ ਨੂੰ ਸਾਡੇ ਪੁਰਖਿਆਂ ਨੇ ਚੀਰਿਆ ਹੈ, ਆਪਣੇ ਖੂਨ ਪਸੀਨੇ ਦੇ ਨਾਲ ਸਿੰਚਿਆ ਹੈ। ਇਹਨਾਂ ਜ਼ਮੀਨਾਂ ਵਿੱਚ ਹੀ ਪੰਜਾਬੀਓ ਸਾਡੀਆਂ ਪੁਸ਼ਤਾਂ ਦੀਆਂ ਪੁਸ਼ਤਾਂ ਪਲੀਆਂ ਨੇ। ਅੱਜ ਜੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਨਾ ਖਲੋਤੇ ਤਾਂ ਇਹਨਾਂ ਜ਼ਮੀਨਾਂ ਦੀ ਮਲਕੀਅਤ ਫਿਰ ਹੁਕਮਰਾਨਾਂ ਕੋਲ, ਪ੍ਰਾਈਵੇਟ ਕੰਪਨੀਆਂ ਕੋਲ, ਕਾਰਪੋਰੇਟ ਘਰਾਣਿਆਂ ਦੇ ਕੋਲ, ਅੰਬਾਨੀ ਅਡਾਨੀ ਵਰਗਿਆਂ ਕੋਲ ਚਲੀ ਜਾਵੇਗੀ। ਦੇਖੋ ਇਹਨਾਂ ਜ਼ਮੀਨਾਂ ਦੇ ਮਾਲਕ ਹਾਂ, ਗੁਲਾਮ ਬਣ ਕੇ ਰਹਿ ਜਾਵਾਂਗੇ। ਖੇਤਾਂ ਵਿੱਚ ਖੇਤੀ ਕਰਨੀ ਤਾਂ ਦੂਰ, ਖੇਤਾਂ ਵਿੱਚ ਵੜ ਵੀ ਨਹੀਂ ਪਾਵਾਂਗੇ ਆਪਾਂ। ਔਰ ਜਿਹੜੇ ਸੋਚਦੇ ਨੇ ਨਾ ਕੱਲਾ ਕਿਸਾਨਾਂ ਦਾ, ਮਾਲਕਾਂ ਦਾ ਹੀ ਨੁਕਸਾਨ ਹੈ, ਉਹ ਦਿਹਾੜੀਦਾਰ ਜਿਹੜੇ ਵੀਰ ਨੇ ਉਹ ਸਮਝ ਲੈਣ ਵੀ ਪ੍ਰਾਈਵੇਟ ਕੰਪਨੀਆਂ ਵੱਡੇ ਵੱਡੇ ਫਾਰਮਾਂ ਵਿੱਚ ਮਸ਼ੀਨਰੀ ਨਾਲ ਵਾਹੀ ਕਰਨੀ ਹੈ। ਤੁਹਾਨੂੰ ਵੀ ਘਰ ਬਹਿਣਾ ਪਵੇਗਾ। ਮਜ਼ਦੂਰ ਖਤਮ, ਕਿਸਾਨ ਖਤਮ, ਆੜਤੀਏ ਖਤਮ। ਆੜਤੀਆਂ ਦੇ ਕੋਲ ਮੁਨੀਮ ਦੀ ਨੌਕਰੀ ਕਰਨ ਵਾਲੇ ਵੀਰਾਂ ਦੀ ਰੋਟੀ ਵੀ ਗਈ। ਹਜ਼ਾਰਾਂ ਮੰਡੀ ਵਿੱਚ ਪੱਲੇਦਾਰ ਦਿਹਾੜੀ ਕਰਨ ਵਾਲਿਆਂ ਦੀ ਰੋਟੀ ਗਈ। ਟਰਾਂਸਪੋਰਟਰ ਵੀ ਖਤਮ ਹੋਵੇਗਾ। ਇਹ ਨੁਕਸਾਨ ਕੱਲਾ ਕਿਸਾਨੀ ਨੂੰ ਹੀ ਨਹੀਂ ਹੈ, ਕਿਸਾਨੀ ਦੇ ਨਾਲ ਜਿੰਨੇ ਵੀ ਧੰਦੇ ਜੁੜੇ ਨੇ, ਸਹਾਇਕ ਧੰਦਿਆਂ ਦਾ ਵੀ ਨੁਕਸਾਨ ਹੈ। ਚਾਹੇ ਦੁਕਾਨਦਾਰ ਨੇ, ਚਾਹੇ ਫੈਕਟਰੀਆਂ ਨੇ, ਕਾਰਖਾਨੇ ਨੇ, ਇਹ ਸਭ ਨੂੰ ਇਸ ਬਿੱਲ ਨੇ, ਕਾਨੂੰਨ ਨੇ ਰਗੜ ਦੇਣਾ ਹੈ। ਦੇਖੋ ਖੇਤੀ ਆਰਡੀਨੈਂਸ ਕਿਸਾਨਾਂ ਅਤੇ ਮਜ਼ਦੂਰਾਂ ਲਈ ਹਾਨੀਕਾਰਕ ਹੈ, ਬੜਾ ਘਾਤਕ ਹੈ। ਵਪਾਰੀ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਹਜੇ ਕਿ ਦੇਖੋ ਭਾਰਤ ਕ੍ਰਿਸ਼ੀ ਪ੍ਰਧਾਨ, ਖੇਤੀ ਪ੍ਰਧਾਨ ਮੁਲਕ ਹੈ। ਇਸ ਮੁਲਕ ਵਿੱਚ ਕਿਸਾਨ ਦੇਸ਼ ਦੇ ਰੀੜ੍ਹ ਦੀ ਹੱਡੀ ਨੇ। ਜੇ ਹੱਡੀ ਟੁੱਟ ਗਈ ਤੇ ਸਥਿਰਤਾ ਗਈ। ਹਰ ਥਾਲੀ ਵਿੱਚ ਜਿਹੜੀ ਅੱਜ ਰੋਟੀ ਹੈ ਉਹ ਕਿਸਾਨ ਦੀ ਦਿੱਤੀ ਹੋਈ ਹੈ। ਅੱਜ ਵੀ ਕੱਲਾ ਪੰਜਾਬ ਹੀ ਭਾਰਤ ਦੇ 50% ਅੰਨ ਦੀ ਪੂਰਤੀ ਕਰਨ ਵਾਲਾ ਸੂਬਾ ਹੈ, ਨਾਲ ਹਰਿਆਣਾ ਵੀ ਹੈ, ਹੋਰ ਵੀ ਸੂਬੇ ਨੇ। ਫਿਰ ਵੀ ਕੇਂਦਰ ਸਰਕਾਰ ਕਿਸਾਨ ਦੇ ਨਾਲ ਧੱਕਾ ਕਰ ਰਹੀ ਹੈ ਔਰ ਬਿੱਲ ਵੀ ਲਾਗੂ ਕੀਤਾ ਹੈ ਕਿਸਾਨ ਦੇ ਵਿਰੋਧ ਕਰਨ ਦੇ ਬਾਵਜੂਦ। ਚਾਹੀਦਾ ਤੇ ਸਰਕਾਰ ਨੂੰ ਇਹ ਹੈ ਵੀ ਖੇਤੀ ਆਰਡੀਨੈਂਸ ਤੇ ਨਜ਼ਰਸਾਨੀ ਕੀਤੀ ਜਾਵੇ। ਕਿਸਾਨ ਦੀਆਂ ਮੁਸ਼ਕਲਾਂ ਨੂੰ, ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੋਈ ਕਾਨੂੰਨ ਬਿੱਲ ਪਾਸ ਕੀਤਾ ਜਾਵੇ। ਇਹ ਬਿੱਲ ਨੂੰ ਵਾਪਸ ਲੈਣਾ ਚਾਹੀਦਾ ਹੈ। ਹੁਣ ਜਦੋਂ ਤੁਸੀਂ ਕਿਸੇ ਦੀ ਰੋਟੀ ਖੋਹੋਗੇ, ਐਸਾ ਕਾਨੂੰਨ ਪਾਸ ਕਰੋਗੇ ਤੇ ਅਗਲਾ ਸੜਕਾਂ ਤੇ ਉਤਰੇਗਾ। ਦੇਖੋ ਅੱਜ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸੜਕਾਂ ਤੇ ਉਤਰ ਆਏ ਨੇ। ਇਹ ਜਿਹੜਾ ਵਿਦਰੋਹ ਹੈ ਇੱਕ ਦਿਨ ਬੜਾ ਖਤਰਨਾਕ ਰੂਪ ਅਖਤਿਆਰ ਕਰੇਗਾ। ਸੋ ਜਿਹੜਾ ਬੀਜੇਪੀ ਸਰਕਾਰ ਨੇ ਤਾਨਾਸ਼ਾਹੀ ਫੁਰਮਾਨ ਜਾਰੀ ਕੀਤਾ ਹੈ ਨਾ ਵੀ ਸਾਡੀ ਬਹੁਮਤ ਹੈ, ਪਰ ਯਾਦ ਰੱਖਿਓ ਇੱਕ ਸ਼ਾਇਰ ਕਹਿੰਦਾ ਹਰ ਰਾਤ ਕੀ ਸੁਬਹ ਹੋਤੀ ਹੈ। ਰਾਤ ਤੋਂ ਬਾਅਦ ਦਿਨ ਚੜ੍ਹਦਾ ਹੀ ਹੈ। ਸਰਕਾਰਾਂ ਸਦੀਵੀ ਨਹੀਂ ਹੁੰਦੀਆਂ।
एक शायर ने गल कही सी, तुझसे पहले जो शख्स यहाँ तख्ते नशीं था उसे भी अपने खुदा होने का उतना ही यकीन था। इत्थे तख्त ते बहण वाले अपने आप नूं रब समझ लैंदे ने, पर तख्त सदीवी नहीं है। और याद रखियो, ये ਜਿਹੜੇ ਲੋਕਾਂ ਦੇ ਹਿੱਤ ਵਿੱਚ ਫੈਸਲੇ ਨਹੀਂ ਤੁਸੀਂ ਕਰ ਰਹੇ, ਜਿਹੜੇ ਤੁਸੀਂ ਲੋਕਾਂ ਦੀ ਰੋਟੀ ਤੇ ਲੱਤ ਮਾਰ ਰਹੇ ਹੋ, ਇਹ ਜਿਹੜਾ ਗੁਨਾਹ ਹੈ ਨਾ, ਕਿਸੇ ਦੀਆਂ ਆਂਦਰਾਂ ਦੀ ਜਿਹੜੀ ਤਪਸ਼ ਹੈ ਉਸ ਨੂੰ ਵਧਾ ਦੇਣਾ, ਕਿਸੇ ਦੇ ਪੇਟ ਤੇ ਲੱਤ ਮਾਰਨੀ, ਇਹ ਮੰਦਰ ਬਣਾ ਕੇ ਵੀ ਇਸ ਗੁਨਾਹ ਤੋਂ ਨਿਜਾਤ ਹਾਸਲ ਨਹੀਂ ਹੁੰਦੀ। ਠੀਕ ਹੈ, ਚਾਹੇ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਤੁਸੀਂ ਪਾਸ ਕਰ ਦਿੱਤਾ, ਤੁਹਾਡੀ ਬਹੁਮਤ ਹੈ, ਪਰ ਹਰੇ ਰਾਸ਼ਟਰਪਤੀ ਦੇ ਸਾਈਨ ਹੋਣੇ ਨੇ। ਆਓ ਸਾਰੇ ਰਲ ਮਿਲ ਕਰਕੇ ਕਿਸਾਨ ਵੀਰਾਂ ਦੀ ਹਮਾਇਤ ਕਰੀਏ। ਕਿਸਾਨ ਭਾਰਤ ਵਰਸ਼ ਅੰਦਰ ਅੰਨਦਾਤਾ ਹੈ, ਇਸ ਸੰਘਰਸ਼ ਦਾ ਹਿੱਸਾ ਬਣੀਏ। ਮੈਂ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ, ਪੰਜਾਬ ਨਾਲ ਪਿਆਰ ਕਰਨ ਵਾਲਿਆਂ ਨੂੰ, ਖੇਤੀਬਾੜੀ ਨਾਲ ਪਿਆਰ ਕਰਨ ਵਾਲਿਆਂ ਨੂੰ, ਔਰ ਜਿੰਨੇ ਵੀ ਖੇਤੀਬਾੜੀ ਨਾਲ ਜੁੜੇ ਸਹਾਇਕ ਧੰਦੇ ਨੇ, ਸਾਰਿਆਂ ਨੂੰ ਬੇਨਤੀ ਕਰਦਾ ਹਾਂ, ਚਾਹੇ ਕੋਈ ਕਿਸਾਨ ਹੈ, ਦਿਹਾੜੀਦਾਰ ਹੈ, ਕੋਈ ਸੰਪਰਦਾਈ ਮਹਾਂਪੁਰਸ਼ ਹੈ, ਪ੍ਰਚਾਰਕ ਹੈ, ਕੋਈ ਦੁਕਾਨਦਾਰ ਹੈ, ਕੋਈ ਗਵਈਆ ਹੈ, ਕੋਈ ਵੀ ਹੈ, ਆਓ ਅਸੀਂ ਜਿੱਥੇ ਵੀ ਬੈਠੇ ਹਾਂ, ਜੋ ਵੀ ਸਾਡੇ ਕੋਲ ਮਾਧਿਅਮ ਹੈ, ਚਾਹੇ ਬੋਲ ਕੇ ਸੁਨੇਹਾ ਦਈਏ, ਚਾਹੇ ਲਿਖ ਕੇ ਸੁਨੇਹਾ ਦਈਏ, ਸਾਰੇ ਅੱਜ ਕਿਸਾਨਾਂ ਦੇ, ਮਜ਼ਦੂਰਾਂ ਦੇ ਹੱਕ ਵਿੱਚ ਇਕਜੁੱਟ ਹੋਈਏ। ਸਾਰੀ ਦੁਨੀਆ ਨੂੰ ਅੰਨ ਖਵਾਉਣ ਵਾਲਾ ਕਿਸਾਨ ਅੱਜ ਸੜਕ 'ਤੇ ਹੈ। ਕਿੰਨਾ ਟਾਈਮ ਇਹ ਬਜ਼ੁਰਗ ਧਰਨੇ ਦੇਣਗੇ? ਨੌਜਵਾਨਾਂ ਦੇ ਭਵਿੱਖ ਹਿੱਤ ਇਹ ਬਜ਼ੁਰਗ ਸੜਕਾਂ 'ਤੇ ਬੈਠੇ ਨੇ। ਨੌਜਵਾਨ ਵੀ ਹਮਲਾ ਮਾਰੀਏ, ਬਜ਼ੁਰਗਾਂ ਤੋਂ ਅੱਗੇ ਹੋ ਕੇ ਸੰਘਰਸ਼ ਦਾ ਹਿੱਸਾ ਬਣੀਏ। ਇਹ ਜਿਹੜਾ ਕਿਸਾਨ ਮਾਰੂ ਸਿਸਟਮ ਹੈ, ਕਿਸਾਨ ਮਾਰੂ ਨੀਤੀ ਹੈ, ਕਿਸਾਨ ਮਾਰੂ ਕਾਨੂੰਨ ਹੈ, ਅੱਜ ਸਭ ਨੂੰ ਮਿਲ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਔਰ ਕਿਸਾਨ ਸੰਘਰਸ਼ ਜਥੇਬੰਦੀਆਂ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਹੈ। ਆਓ ਸਾਰੇ ਉਹਨਾਂ ਦੇ ਨਾਲ ਖਲੋਈਏ। ਦੇਖੋ, ਮੈਂ ਕਿਸਾਨ ਹੋਣ ਦੇ ਨਾਤੇ, ਕਿਸਾਨਾਂ ਦਾ ਹਮਦਰਦ ਹੋਣ ਦੇ ਨਾਤੇ, ਜੋ ਬੀਜੇਪੀ ਗਵਰਨਮੈਂਟ ਵੱਲੋਂ ਕਿਸਾਨ ਵਿਰੋਧੀ ਬਿੱਲ 14 ਸਤੰਬਰ 2020 ਨੂੰ ਪਾਰਲੀਮੈਂਟ ਵਿੱਚ ਲੈ ਕੇ ਆਂਦਾ ਗਿਆ, ਵਿਰੋਧ ਹੋਣ ਦੇ ਬਾਵਜੂਦ ਪਾਸ ਕੀਤਾ ਗਿਆ, ਇਸ ਦਾ ਡਟ ਕੇ ਵਿਰੋਧ ਕਰਦਾ ਹਾਂ। ਮੈਂ ਇੱਕ ਗੱਲ ਕਹਿ ਦੇਵਾਂ, ਅਮਰੀਕਾ ਵਿੱਚ ਵੀ ਇਹ ਬਿੱਲ ਕਾਮਯਾਬ ਨਹੀਂ ਸੀ ਹੋਇਆ। ਇੱਕ ਖਬਰ ਪੜ੍ਹ ਰਿਹਾ ਸੀ, ਦਾਸ ਨਿਊਜ਼ਪੇਪਰ ਦੀ, ਇੰਗਲਿਸ਼ ਵਿੱਚ ਹੈ, ਉੱਥੇ ਜ਼ਿਕਰ ਹੈ ਵੀ ਵੈਨ ਦਾ ਪੋਲਿਸੀ ਆਫ ਓਪਨ ਮਾਰਕੀਟ could not work in American agriculture, how will it work in India? ਜਿਹੜਾ ਕਾਨੂੰਨ ਅਮਰੀਕਾ ਵਿੱਚ ਕਾਮਯਾਬ ਨਹੀਂ ਹੋ ਸਕਿਆ, ਇੰਨੀ ਐਡਵਾਂਸ ਕੰਟਰੀ ਹੈ, ਉਹ ਭਾਰਤ ਵਿੱਚ ਕਿਵੇਂ ਕਾਮਯਾਬ ਹੋਵੇਗਾ? ਤਾਂ ਪੋਲਿਸੀ ਆਫ ਓਪਨ ਮਾਰਕੀਟ ਇਜ਼ ਨਾਟ ਮੇਡ ਫॉर ਦਾ ਇੰਡੀਅਨ ਐਗਰੀਕਲਚਰਲ ਸਿਸਟਮ। ਇਹ ਭਾਰਤ ਦੇ ਐਗਰੀਕਲਚਰ ਸਿਸਟਮ ਵਿੱਚ ਢੁਕਣ ਵਾਲਾ ਕਾਨੂੰਨ ਨਹੀਂ ਹੈ। ਇਟਸ ਫॉर ਦਾ ਬੈਨੀਫਿਟ ਆਫ ਕੈਪੀਟਲਿਜ਼ਮ। ਇਹ ਤਾਂ ਸਰਮਾਏਦਾਰ ਪੂੰਜੀਪਤੀ ਲੋਕਾਂ ਨੂੰ ਅਮੀਰ ਕਰਨ ਦਾ ਹੀ ਇੱਕ ਤਰੀਕਾ ਹੈ। ਸੋ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਦਾਸ ਨਿਮਰ ਬੇਨਤੀ ਕਰਦਾ ਹੈ, ਆਓ ਸਾਰੇ ਇਸ ਬਿੱਲ ਦਾ ਵਿਰੋਧ ਕਰੀਏ ਔਰ ਸਰਕਾਰ ਨੂੰ ਮਜਬੂਰ ਕਰੀਏ ਵੀ ਇਹ ਕਾਨੂੰਨ ਜਿਹੜਾ ਹੈ ਇਹ ਵਾਪਸ ਲੈਣ। ਕਿਸਾਨੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।